ਉਹ ਇਹਦੇ ਅਦਬੋ ਅਦਾਬ ਅਗਰ ਥੋੜੇ ਬਹੁਤ ਤੁਸੀਂ ਮਖਲੂਕ ਨੂੰ ਸ਼ਾਰਟਕਟ ਕੋਈ ਦੱਸ ਦਿਓ ਅਗਰ। ਮੈਂ ਜਨਾਬ ਨੂੰ ਅਰਜ਼ ਕਰਾਂ ਕਿ ਜਿਹੜਾ ਜਨਾਬ ਦਾ ਹੁਕਮ ਹੈ ਨਾ ਬਾਦਸ਼ਾਹ ਸਾਹਿਬ ਦਾ ਜੀ, ਜਨਾਬ ਦੀ ਮਹਿਮਾਨ ਨਵਾਜ਼ੀ ਹੈ 3 ਦਿਨਾਂ ਦੀ। ਠੀਕ ਹੈ। ਦਰਬਾਰ ਸੁਲਤਾਨ ਬਾਬੂ ਅਗਰ ਤੁਸੀਂ ਆਉਂਦੇ ਹੋ, ਸਲਾਮ ਕਰਦੇ ਹੋ, ਤੁਸੀਂ ਰਹਿਣਾ ਚਾਹੁੰਦੇ ਹੋ ਤੇ ਉਹ ਜਨਾਬ 3 ਦਿਨ ਤੁਸੀਂ ਰਹਿ ਸਕਦੇ ਹੋ ਮਹਿਮਾਨ ਨਵਾਜ਼ੀ। ਅਗਰ ਚੌਥਾ ਦਿਨ ਤੁਸੀਂ ਰਹਿਣਾ ਚਾਹੁੰਦੇ ਹੋ ਨਾ ਜੀ, ਜੀ ਨਾਜ਼ਰੀਨ, ਅਸੀਂ ਇਸ ਵਕਤ ਹਜ਼ਰਤ ਸੁਲਤਾਨ ਬਾਹੂ ਦਰਬਾਰ ਦੇ ਉੱਤੇ ਅਸੀਂ ਹਾਜ਼ਰ ਹਾਂ ਔਰ ਰੌਣਕ ਲੱਗੀ ਹੈ ਮਾਸ਼ਾਅੱਲਾ, ਲੋਕਾਂ ਦੀ ਆਮਦ ਸ਼ੁਰੂ ਹੋ ਗਈ ਹੈ ਔਰ ਸੁਬਾਹ 5:10 ਹੋ ਗਏ ਨੇ। ਅਸੀਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਜਨਾਬ, ਇਹ ਹੋਟਲ ਹੈ, ਇੱਥੇ ਚਾਹ ਬਣ ਰਹੀ ਹੈ, ਲੋਕ ਨਾਸ਼ਤਾ ਕਰ ਰਹੇ ਨੇ, ਚਾਹ ਪੀ ਰਹੇ ਨੇ ਔਰ ਇੱਥੇ ਅਸੀਂ ਗੁਫ਼ਤਗੂ ਕਰਾਂਗੇ। ਕੋਈ ਦੋਸਤ ਦੇਖਦੇ ਹਾਂ ਜਿਨ੍ਹਾਂ ਨਾਲ ਅਸੀਂ ਕੋਈ ਗੁਫ਼ਤਗੂ ਕਰੀਏ, ਜਿਹੜੀ ਕੋਈ ਇਨਫੋਰਮੇਸ਼ਨ ਹੈ ਉਹ ਦਰਬਾਰ ਹਜ਼ੂਰ ਦੇ ਹਵਾਲੇ ਨਾਲ ਔਰ ਇਸ ਇਵੈਂਟ ਦੇ ਹਵਾਲੇ ਨਾਲ ਤੁਹਾਡੇ ਤੱਕ ਪਹੁੰਚਾਈ ਜਾਏ। ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਕਰੀਏ ਜੀ। ਕੀ ਨਾਮ ਹੈ ਜਨਾਬ ਤੁਹਾਡਾ? ਤੁਸੀਂ ਚਾਹ ਪੀ ਰਹੇ ਹੋ ਮਜ਼ੇ ਨਾਲ ਜਨਾਬ, ਬੈਠ ਕੇ ਇਕੱਲੇ, ਤੇ ਕੀ ਨਾਮ ਹੈ ਤੁਹਾਡਾ ਜਨਾਬ? ਜੀ ਮੇਰਾ ਨਾਮ ਮੁਹੰਮਦ ਸ਼ਹਿਬਾਜ਼ ਹੈ। ਤੇ ਤੁਸੀਂ ਇੱਥੇ ਦਰਬਾਰ ਤੇ ਜਾਂ ਇੱਥੇ ਤੁਸੀਂ ਆਏ ਹੋ ਤੇ ਕਿਸ ਸਿਲਸਿਲੇ 'ਚ ਆਏ ਹੋ? ਮਤਲਬ ਤੁਸੀਂ ਮੁਰੀਦ ਹੋ, ਅਕੀਦਤਮੰਦ ਹੋ ਜਾਂ ਡਿਊਟੀ ਵਾਲੇ ਹੋ? ਤੇ ਲੱਗਦਾ ਤਾਂ ਸਾਨੂੰ ਇਸ ਤਰ੍ਹਾਂ ਜਿਵੇਂ ਤੁਸੀਂ ਕੋਈ ਇੱਥੇ ਡਿਊਟੀ ਕਰਦੇ ਹੋ। ਜੀ ਜਨਾਬ ਅਸਲਾਮ ਵਾਲੇਕੁਮ ਜੀ। ਜੀ ਵਾਲੇਕੁਮ ਜੀ ਆਪ ਹਜ਼ਰਤ ਮੁਹੰਮਦ ਨਜੀਬ ਸੁਲਤਾਨ ਦੀ ਜੀ। ਠੀਕ ਹੈ। ਉਹਨਾਂ ਦਾ ਮੈਂ ਗੁਲਾਮ ਹਾਂ ਜੀ। ਅੱਛਾ, ਮਾਸ਼ਾਅੱਲਾ। ਤੇ ਹੁਣ ਬਾਦਸ਼ਾਹ ਸਾਹਿਬ ਤੇ ਹਾਜ਼ਰੀ ਦੇ ਕੇ ਆਏ ਜੀ। ਜੀ ਵਾਹ। ਇਮਾਮਾ ਪਾਕਾਂ ਦਾ ਉਰਸ ਪਾ ਕੇ ਜੀ, ਮੌਲਾ ਹੁਸੈਨ ਪਾਕ ਦਾ, ਤੇ ਨਮਾਜ਼ ਪੜ੍ਹ ਕੇ ਤੇ ਹੁਣ ਆਇਆ ਦਿਲ ਕੀਤਾ ਚਾਹ ਪੀਵਣ ਨੂੰ ਜੀ। ਤੇ ਚਾਹ ਪੀਂਦੇ ਵਧਿਆ ਤੁਸੀਂ ਪੀਵਣੀ ਤੇ ਹੁਕਮ ਕਰੋ। ਬੜੀ ਮਿਹਰਬਾਨੀ, ਅਸੀਂ ਪੀਵਾਂਗੇ ਜਨਾਬ। ਪਹਿਲੇ ਤੁਹਾਡੇ ਨਾਲ ਗੁਫ਼ਤਗੂ ਕਰਾਂਗੇ ਪਹਿਲੇ ਤੇ। ਜੀ ਜੀ। ਤੇ ਇਹ 10 ਦਿਨ ਇੱਥੇ ਮਨਾਏ ਜਾਂਦੇ ਨੇ ਜੀ ਜੀ। ਔਰ ਮਖਲੂਕ ਆਂਦੀ ਹੈ, ਅਸੀਂ ਦੇਖ ਰਹੇ ਹਾਂ ਕਿ ਲੋਕ ਆ ਰਹੇ ਨੇ, ਜਾ ਰਹੇ ਨੇ, ਸਲਾਮ ਕਰ ਰਹੇ ਨੇ ਔਰ ਲੰਗਰ ਜਿਹੜਾ ਕਿ ਉਹ ਤਕਸੀਮ ਹੋ ਰਹੇ ਨੇ। ਇਹ ਨਾਜ਼ਰੀਨ ਨੂੰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ 10 ਦਿਨ ਇੱਥੇ ਕਿਉਂ ਮਨਾਏ ਜਾਂਦੇ ਨੇ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਹਜ਼ਰਤ ਸੁਲਤਾਨ ਬਾਹੂ ਸਰਕਾਰ ਦਾ ਮੇਲਾ ਹੈ। ਇਹਦੀ ਤੁਸੀਂ ਥੋੜੀ ਵੰਡ ਕਰ ਦਿਓਗੇ ਜ਼ਰਾ ਕਿ ਵੀ ਇਹ 10 ਦਿਨ ਕਿਉਂ ਮਨਾਏ ਜਾਂਦੇ ਨੇ? ਬਹੁਤ ਸਾਰੇ ਐਸੇ ਅਕੀਦਤਮੰਦ ਨੇ, ਬਹੁਤ ਸਾਰੇ ਐਸੇ ਮੁਰੀਦ ਵੀ ਨੇ। ਜੀ ਜੀ। ਮੈਂ ਕੁਝ ਲੋਕਾਂ ਨੂੰ ਪੁੱਛਿਆ ਲੇਕਿਨ ਉਹਨਾਂ ਨੂੰ ਨਹੀਂ ਪਤਾ ਇਸ ਸਿਲਸਿਲੇ ਦਾ ਨਾ, ਕਿ ਇਹ ਜਿਹੜੇ 10 ਦਿਨ ਦੀ ਤਕਰੀਬਾਤ ਹੁੰਦੀ ਹੈ ਇੱਥੇ ਦਰਬਾਰ ਹਜ਼ਰਤ ਸੁਲਤਾਨ ਬਾਹੂ ਸਰਕਾਰ, ਇਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਇਸ ਗੱਲ ਦਾ। ਤੁਸੀਂ ਥੋੜਾ ਕਿ ਵਾਜ਼ਿਆ ਕਰ ਦਿਓ ਕਿ 10 ਦਿਨਾਂ ਦੇ ਬਾਰੇ 'ਚ। ਜੀ ਜਨਾਬ ਬਿਲਕੁਲ, ਜਿੱਥੇ ਤੱਕ ਮਾਲੂਮਾਤ ਹੈ ये इमामा पाका का 10 दिन ਜਿਹੜੇ ਨਾ ਮੌਲਾ ਹੁਸੈਨ ਪਾਕ ਦੇ ਕਰਬਲਾ ਵਾਲੇ ਬਾਦਸ਼ਾਹਾਂ ਦਾ ਇਹ ਉਹਨਾਂ ਦਾ ਉਰਸ ਮਨਾਇਆ ਜਾਂਦਾ ਹੈ। ਸੁਲਤਾਨੁਲ ਆਰਫੀਨ ਦਾ ਉਰਸ ਮੁਬਾਰਕ ਜਿਹੜਾ ਜਮਾਤੁਲ ਸਾਨੀ ਦੀ ਪਹਿਲੀ ਜੁਮੇਰਾਤ ਨੂੰ, ਠੀਕ ਹੈ ਜੀ। ਇਹ ਉਰਸ ਹਜ਼ੂਰ ਸੁਲਤਾਨ ਸਾਹਿਬ ਆਪਣੀ ਹਯਾਤੀ 'ਚ ਮਨਾਉਂਦੇ ਰਹੇ ਨੇ, ਇਮਾਮ ਪਾਕ ਦਾ, ਇਮਾਮ ਹਸਨ ਤੇ ਹੁਸੈਨ ਦਾ। ਅੱਛਾ। ਤੇ ਸ਼ੁਰੂ ਤੋਂ ਚੱਲਦੀ ਆਂਦੀ ਪਈ ਜਨਾਬ ਦੀ। ਔਰ ਅੱਜ 9ਵੀਂ ਮੁਹर्रम ਹੋ ਤੇ ਗਈ ਹੈ। ਅੱਜ 9ਵੀਂ ਮੁਹर्रम ਹੈ ਜੀ। ਤੇ ਅੱਜ ਜਿਹੜਾ ਗੁਸਲ ਹੋਣਾ ਜੀ ਤੇ ਹਜ਼ਰਤ ਮੁਹੰਮਦ ਨਜੀਬ ਸੁਲਤਾਨ ਗੱਦੀ ਨਸ਼ੀਨੇ ਦਰਬਾਰ ਹਜ਼ਰਤ ਸੁਲਤਾਨ ਬਾਹੂ ਦੇ, ਤੇ ਅੱਜ ਉਹਨਾਂ ਨੇ ਤਕਰੀਬਨ 11 11:30 ਵਜੇ ਨਾਲ ਗੁਸਲ ਤੇ ਆਣਾ ਜੀ। ਜੀ ਹਾਂ। ਤੇ ਸਵੇਰ ਦਾ ਟਾਈਮ ਹੈ ਤੇ ਮੈਂ ਕਿਹਾ ਬਈ ਸਲਾਮ ਕਰ ਰਹੀ ਹੈ, ਰਸ਼ ਬਹੁ ਹੁੰਦਾ ਹੈ। ਹਾਂ, ਇਤਨਾ ਕੁ ਰਸ਼ ਹੁੰਦਾ ਹੈ ਕਿ ਬੰਦੇ ਕੋਲ ਆਪਣਾ ਆਪ ਸਾਂਭਿਆ ਨਹੀਂ ਜਾਂਦਾ। ਬਿਲਕੁਲ ਐਵੇਂ ਅਸੀਂ ਦੇਖਿਆ ਸੀ, ਦਰਬਾਰ ਗਏ ਆ ਜੀ, ਬਹੁਤ ਰਸ਼ ਹੈ। ਜੀ। ਰਸਤੇ 'ਚ ਗੱਡੀਆਂ ਅਸੀਂ ਆਂਦੀਆਂ ਦੇਖੀਆਂ, ਰਸਤੇ 'ਚ ਖੜੀਆਂ ਸਨ ਗੱਡੀਆਂ, ਮਾਈ ਬਾਪ ਦਰਬਾਰ ਦੇ ਉੱਤੇ ਖੜੀਆਂ ਸਨ ਸਲਾਮ ਵਾਸਤੇ, ਬਹੁਤ ਸਾਰੀਆਂ ਗੱਡੀਆਂ, ਬਹੁਤ ਸਾਰਾ ਰਸ਼ ਸੀ ਰਸਤੇ ਦੇ ਵਿੱਚ। ਜੀ ਜੀ। ਤੇ ਉਹ ਸਾਰਾ ਦਰਬਾਰ ਹਜ਼ੂਰ ਤੇ ਆ ਰਿਹਾ ਸੀ। ਇਹ ਜਨਾਬ ਅਸਲ ਦੇ ਵਿੱਚ ਉਰਸ ਸੁਲਤਾਨ ਸਾਹਿਬ ਇਮਾਮਾ ਪਾਕ ਦਾ ਉਰਸ ਆਪਣੀ ਹਯਾਤੀ 'ਚ ਮਨਾਉਂਦੇ ਆ, ਠੀਕ ਹੈ। ਤੇ ਕੁਝ ਲੋਕਾਂ ਨੂੰ ਸਿਰਫ ਇਹ ਹੀ ਪਤਾ ਕਿ ਸੁਲਤਾਨ ਸਾਹਿਬ ਦਾ ਉਰਸ ਮੁਹਰਮਾ 'ਚ ਲੱਗਦਾ ਹੈ। ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੁਲਤਾਨੁਲ ਆਰਫੀਨ ਦਾ ਉਰਸ ਜਮਾਤੁਲ ਸਾਨੀ ਦੀ ਪਹਿਲੀ ਜੁਮੇਰਾਤ ਨੂੰ ਹੁੰਦਾ ਹੈ। ਹਰ ਸਾਲ ਤੇ ਹਰ ਸਾਲ ਜੀ, ਹਰ ਸਾਲ ਇਹ 10 ਦਿਨ ਜਿਹੜੇ ਨੇ ਇਹ ਸ਼ੁਹਦਾਏ ਕਰਬਲਾ ਦੇ ਯਾਦ ਵਿੱਚ ਮਨਾਏ ਜਾਂਦੇ ਨੇ। ਜੀ ਇਹ ਕਰਬਲਾ ਮੌਲਾ ਦੇ ਨਾ ਜੀ, ਇਹ 10 ਦਿਨ ਗਮੇ ਹੁਸੈਨ ਹੁੰਦੇ ਤੇ ਉਹਨਾਂ ਦੀ ਯਾਦ ਵਿੱਚ ਮਨਾਏ ਜਾਂਦੇ ਨੇ। ਇਹ ਸੁਲਤਾਨ ਸਾਹਿਬ ਗਮੇ ਹੁਸੈਨ ਮਨਾਉਂਦੇ ਨੇ 10 ਦਿਨ ਜੀ। ਇਹ ਸੁਨਤ ਚੱਲਦੀ ਆ ਰਹੀ ਉਹਨਾਂ ਦੇ ਘਰ ਦੀ ਸ਼ੁਰੂ ਤੋਂ, ਜਦੋਂ ਦੇ ਕਰਬਲਾ ਮੌਲਾ ਦੇ ਵਾਕਿਆ ਹੋਏ ਨੇ ਜੀ। ਵੀ ਇਸ ਤਰ੍ਹਾਂ ਕਹਿ ਲਓ
ਕਿ ਸੋਗ ਦੇ ਦਿਨ ਹੈ ਜੀ 10 ਦਿਨ, 10 ਦਿਨ ਸੋਗ ਦੇ ਇਹ 10 ਦਿਨ ਸੋਗ ਦੇ ਦਿਨ। ਇੱਥੇ ਦੇਖੋ ਬਹੁਤ ਸਾਰੀ ਜਗ੍ਹਾ ਦੇ ਉੱਤੇ ਮਾਤਮਦਾਰੀ ਅਜ਼ਾਦਾਰੀ ਹੁੰਦੀ ਹੈ ਜੀ ਜੀ। ਕਿਆ ਇੱਥੇ ਵੀ ਇਹ ਨਿਜ਼ਾਮ ਹੁੰਦਾ ਹੈ? ਇੱਥੇ ਵੀ ਮਾਤਮ ਦਾ ਅਜ਼ਾਦਾਰੀ ਦਾ ਜਾਂ ਇਹ ਕਿਵੇਂ ਇਹ ਸੋਗ ਕਿਵੇਂ ਮਨਾਉਂਦੇ ਨੇ? ਇਹ ਗਮੇ ਹੁਸੈਨ ਹੈ ਜਿਹੜਾ ਜੀ, ਉਹ ਤੁਸੀਂ ਬੜੇ ਅਫਸੋਸ ਆਂਸੂਆਂ ਦੇ ਨਾਲ ਤੁਸੀਂ ਮਨਾ ਸਕਦੇ ਹੋ, ਖੁਸ਼ੀਆਂ ਦੇ ਨਾਲ ਤੁਸੀਂ ਗਮੇ ਹੁਸੈਨ ਨਹੀਂ ਮਨਾ ਸਕਦੇ। ਤੇ ਨਾ ਤੇ ਹਰ ਪਾਸੇ ਤੰਬੂ ਖੈਮੇ ਲੱਗੇ ਨੇ ਜੀ। ਜੀ ਇਹ ਜਿਹੜਾ ਕਰਬਲਾ ਦੇ ਵਾਕਿਆਤ ਗੁਜ਼ਰੇ ਨਾ ਜੀ, ਜਿਵੇਂ ਪਾਕਾ ਇਮਾਮਾ ਪਾਕਾ ਦੇ ਨਾਲ ਹੋਇਆ, ਉਹਨਾਂ ਦੇ ਖੈਮੇ ਪੱਟੇ ਗਏ, ਉਹਨਾਂ ਦੇ ਜ਼ੁਲਮੋ ਸਿਤਮ ਕੀਤੇ ਗਏ, ਲਾਨਤੀਆਂ ਨੇ ਕੀਤੀਆਂ ਨੇ ਜੀ, ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਖੈਮੇ ਤੰਬੂ ਲੱਗਦੇ ਨੇ ਔਰ ਹਰ ਸਾਲ ਲੱਗਦੇ ਨੇ। ਉਹਨਾਂ ਦੀ ਯਾਦ ਵਿੱਚ ਲੋਕ ਉਹਨਾਂ ਦੀ ਸੁਨਨਤ ਪੂਰੀ ਕਰਦੇ ਜੀ ਨੇ। ਉਹਨਾਂ ਦੀ ਸੁਨਨਤ ਮੈਂ ਪੂਰੀ ਦੇਖਿਆ ਕਰਦੇ ਬੜੇ ਬੜੇ ਅਮੀਰ ਲੋਕ ਵੀ ਆ ਕੇ। ਜੀ ਮੈਂ ਜਨਾਬ ਨੂੰ ਅਰਜ਼ ਕਰਾਂ ਕਿ ਮੈਂ ਜਿੱਥੇ ਤੱਕ ਮੇਰੀ ਜਿਹੜੀ ਉਮਰ ਗੁਜ਼ਰੀ ਹੈ ਇੱਥੇ ਜਨਾਬ ਦੇ ਫਜ਼ਲ ਕਰਮ ਨਾਲ, ਮੈਂ ਦੇਖਿਆ ਕੋਈ ਦੁਨੀਆ ਦਾ ਐਸਾ ਸ਼ਹਿਰ ਨਹੀਂ ਪੂਰੇ ਮੁਲਕ ਤੇ, तमाम ਦੁਨੀਆ ਦੇ ਜਿੱਥੋਂ ਲੋਕ ਨਹੀਂ ਆਉਂਦੇ। ਅਮਰੀਕਾ, ਯੂਕੇ, ਇੰਗਲੈਂਡ, ਦੁਬਈ, ਸਊਦੀਆ, ਹਰ ਜਾਈ ਤੋਂ ਲੋਕ ਆਉਂਦੇ ਨੇ ਬਾਦਸ਼ਾਹ ਸਾਹਿਬ ਦੇ ਗਮੇ ਹੁਸੈਨ ਮਨਾਉਣ ਨੂੰ। ਇਹ ਦੱਸਦੇ ਨੇ ਇਮਾਮਾ ਪਾਕਾਂ ਦੇ। ਮਾਸ਼ਾਅੱਲਾ ਜੀ ਜਨਾਬ। ਤੁਸੀਂ ਕੋਈ ਇਸ ਹਵਾਲੇ ਨਾਲ ਕੋਈ ਪੈਗਾਮ ਦੇਣਾ ਚਾਹੋ ਹਜ਼ਰਤ ਸੁਲਤਾਨਪੁਰ ਸਰਕਾਰ ਦਰਬਾਰ ਦੇ ਉੱਤੇ ਜਿਹੜੇ ਇਹ ਇੰਤਜ਼ਾਮਾਤ ਹੁੰਦੇ ਨੇ, ਕਿਉਂਕਿ ਤੁਸੀਂ ਇਹ ਉਹਨਾਂ ਦੇ ਘਰ ਦੇ ਨੌਕਰ ਵੀ ਹੋ ਜਿਹੜੇ ਗੱਦੀ ਨਸ਼ੀਨ ਨੇ। ਜੀ ਜੀ ਜੀ। ਤੇ ਤੁਸੀਂ ਕੋਈ ਪੈਗਾਮ ਅਗਰ ਦੇਣਾ ਚਾਹੋ ਜਿਹੜੀ ਮਖਲੂਕ ਹੈ ਕਿ ਦਰਬਾਰ ਦੇ ਉੱਤੇ ਤੁਸੀਂ ਕਿਵੇਂ ਆਓ ਔਰ ਕਿਵੇਂ ਇੱਥੇ ਕਿਵੇਂ ਰਹੋ, ਇੱਥੇ ਕਿੰਨੇ ਦਿਨ ਰਹਿਣਾ ਚਾਹੀਦਾ, ਕਿਵੇਂ ਰਹਿਣਾ ਚਾਹੀਦਾ, ਉਹ ਇਹਦੇ ਅਦਬ ਅਗਰ ਥੋੜੇ ਬਹੁਤ ਤੁਸੀਂ ਮਖਲੂਕ ਨੂੰ ਸ਼ਾਰਟਕਟ ਕੋਈ ਦੱਸ ਦਿਓ। ਅਗਰ ਮੈਂ ਜਨਾਬ ਨੂੰ ਅਰਜ਼ ਕਰਾਂ ਕਿ ਜਿਹੜਾ ਜਨਾਬ ਦਾ ਹੁਕਮ ਹੈ ਨਾ ਬਾਦਸ਼ਾਹ ਸਾਹਿਬ ਦਾ ਜੀ, ਜਨਾਬ ਦੀ ਮਹਿਮਾਨ ਨਵਾਜ਼ੀ ਹੈ 3 ਦਿਨਾਂ ਦੀ। ਠੀਕ ਹੈ। ਦਰਬਾਰ ਸੁਲਤਾਨਪੁਰ ਅਗਰ ਤੁਸੀਂ ਆਉਂਦੇ ਹੋ, ਸਲਾਮ ਕਰਦੇ ਹੋ, ਤੁਸੀਂ ਰਹਿਣਾ ਚਾਹੁੰਦੇ ਹੋ, ਤੇ ਉਹ ਜਨਾਬ 3 ਦਿਨ ਤੁਸੀਂ ਰਹਿ ਸਕਦੇ ਹੋ ਮਹਿਮਾਨ ਨਵਾਜ਼ੀ। ਅਗਰ ਚੌਥਾ ਦਿਨ ਤੁਸੀਂ ਰਹਿਣਾ ਚਾਹੁੰਦੇ ਹੋ ਨਾ ਜੀ, ਉਹਦੇ ਲਈ ਬਿਹਤਰ ਤੁਹਾਡਾ ਹੱਲ ਇਹ ਹੀ ਹੈ ਕਿ ਤੁਸੀਂ ਸੁਲਤਾਨੁਲ ਆਰਫੀਨ ਦੇ ਦਰ ਤੇ ਕੋਈ ਨਾ ਕੋਈ ਕੰਮ ਕਰੋ ਤਾਂ ਕਿ ਤੁਹਾਡਾ ਅਗਲਾ ਜਹਾਨ ਸਵਰੇ। ਕੋਈ ਡਿਊਟੀ ਕਰੋ। ਇੱਥੇ ਆਉਣ ਦਾ ਮਕਸਦ ਹੈ ਕਿ ਤੁਸੀਂ ਝਾੜੂ ਮਾਰ ਲਓ, ਕਿਸੇ ਨੂੰ ਪਾਣੀ ਪਿਲਾ ਦਿਓ, ਕਿਸੇ ਨੂੰ ਰੋਟੀ ਖਿਲਾ ਦਿਓ, ਲੰਗਰ ਖਾਨੇ ਦੀ ਡਿਊਟੀ ਕਰ ਲਓ, ਝਾੜੂ ਮਾਰ ਲਓ, ਯਾਨੀ ਕਿ ਜੋ ਵੀ ਹੈ ਨਾ ਜੀ, ਬਿਲਕੁਲ ਠੀਕ। ਕੋਈ ਨਾ ਕੋਈ ਇੱਥੇ ਰਹਿਣ ਦਾ ਮਕਸਦ ਸਿਰਫ ਹੈ ਹੀ ਹੈ ਕਿ ਤੁਸੀਂ ਕੋਈ ਡਿਊਟੀ ਕਰੋ ਤਾਂ ਕਿ ਤੁਹਾਡਾ ਅਗਲਾ ਰਸਤਾ ਆਸਾਨੀ ਹੋਵੇ। ਵਾਹ ਵਾਹ ਵਾਹ, ਇਹ ਬੜੀ ਤੁਸੀਂ ਬੜੀ ਰਾਜ਼ ਦੀ ਗੱਲ ਦੱਸੀ ਹੈ ਜੀ ਹਾਂ। ਮਾਸ਼ਾਅੱਲਾ ਜੀ। ਮੇਰਾ ਖਿਆਲ ਹੈ ਕਿ ਇਹ ਜਿਹੜੀ ਮਖਲੂਕ ਹੈ ਜਿਹੜੇ ਅੱਛਾ ਇਸ ਗੱਲ ਨੂੰ ਹਰ ਬੰਦਾ ਸਮਝ ਵੀ ਨਹੀਂ ਸਕਦਾ ਜੀ। ਆ ਮੁਸ਼ਕਲ ਹੈ ਜੀ ਇਹ ਗੱਲ ਸਮਝ, ਇਹ ਅਕਲ ਤੋਂ ਬਾਹਰ ਹੈ ਬਹੁਤ ਸਾਰੇ ਲੋਕਾਂ ਦੇ। ਮਹਿਮਾਨ ਨਵਾਜ਼ੀ ਨਾ ਜੀ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੁਨਨਤ ਵੀ ਹੈ ਕਿ ਮਹਿਮਾਨ ਹੁੰਦਾ ਸਿਰਫ 3 ਦਿਨ ਦਾ। ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਔਰ ਸੁਲਤਾਨੁਲ ਆਰਫੀਨ ਦੀ ਗੱਲ ਹੈ ਕਿ ਕੋਈ ਫਰਕ ਨਹੀਂ ਹੈ, ਕਿਉਂਕਿ ਸੁਲਤਾਨੁਲ ਆਰਫੀਨ ਦੀ ਜ਼ਾਤ ਪਾਕ ਫਰਮਾਉਂਦੇ ਨੇ ਕਿ ਮੇਰੀ ਬੈਤ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਹੈ। ਬਿਲਕੁਲ ਠੀਕ ਹੈ ਨਾ ਜੀ। ਤੇ तमाम ਔਲੀਆ ਅੱਲਾ ਹੈ ਨੇ, ਅੱਲਾ ਦੇ ਬਜ਼ੁਰਗ ਨੇ, ਵਲੀ ਨੇ, ਸਭ ਇੱਕ ਜਾਈ ਤੇ ਇਕੱਠੇ ਹੁੰਦੇ ਨੇ, ਲੇਕਿਨ ਸੁਲਤਾਨੁਲ ਆਰਫੀਨ ਜਿਹੜੀ ਬੈਤ ਹੈ ਨਾ ਉਹ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਹੈ। ਹਾਂ, ਜਿਵੇਂ ਆ ਫਰਮਾਉਂਦੇ ਕਿ ਰਸਾਲਾ ਰੂਹ ਸ਼ਰੀਫ ਦੇ ਵਿੱਚ ਕਿ ਦਸਤ ਬਈਅਤ ਕਰਦਾ ਮਾਰਾ ਮੁਸਤਫਾ ਫਰਜ਼ੰਦ ਖੁਦ ਖਾਨ ਦਾ ਸਮਾਰਾ। ਜੀ ਜੀ ਬਿਲਕੁਲ ਜੀ। ਜੀ ਮਾਸ਼ਾਅੱਲਾ ਤੁਸੀਂ ਵੀ ਕਾਫੀ ਨੌਲੇਜ ਰੱਖਦੇ ਹੋ ਮੇਰੇ ਖਿਆਲ ਨਾਲ ਜੀ ਬਾਦਸ਼ਾਹ ਸਾਹਿਬ ਦੀ। ਬਸ ਇਹ ਉਹਨਾਂ ਦੀ ਮਿਹਰਬਾਨੀ। ਅੱਲਾਹ ਹਯਾਤੀ ਕਰੇ ਤੁਹਾਡੀ ਜੀ। ਜੀ ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਤੁਸੀਂ ਬੜੀ ਨੁਕਤੇ ਦੀ ਗੱਲ ਦੱਸੀ ਹੈ ਕਿ ਅਗਰ ਰਹਿਣਾ ਹੈ ਤੇ 3 ਦਿਨ ਤੁਸੀਂ ਮਹਿਮਾਨ ਐਜ਼ ਅ ਮਹਿਮਾਨ ਰਹਿ ਸਕਦੇ ਹੋ। 3 ਦਿਨ ਤੋਂ ਬਾਅਦ ਹਾਂ ਸੁਨਨਤ ਹੈ, ਇਹ ਕਿਬਲਾ ਸੁਨਨਤ ਹੈ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ। ਆਪ ਦੀ ਜਿਹੜੀ ਸ਼ਰੀਅਤ ਹੈ ਨਾ, ਉਸੇ ਸ਼ਰੀਅਤ ਦੇ ਨਾਲ ਸੁਲਤਾਨੁਲ ਆਰਫੀਨ ਆਪਣੀ ਕਿਤਾਬਾਂ ਦੇ ਵਿੱਚ ਬਿਆਨ ਫਰਮਾਇਆ ਹੈ। ਹਰ ਤਰ੍ਹਾਂ ਉਹ ਜੋ ਗੱਲ ਜਿਹੜੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਫਰਮਾਈ ਹੈ, ਸੁਲਤਾਨ ਸਾਹਿਬ ਨੇ ਆਪਣੀ ਕਿਤਾਬਾਂ ਦੇ ਵਿੱਚ ਆਪਣੀ ਬੋਲੀ ਦੇ ਵਿੱਚ ਲਿਖ ਕੇ ਦੱਸਿਆ। ਘਰ ਵਾਲਾ ਅਗਰ ਉਹਨੇ ਫਿਰ ਰਹਿਣਾ ਹੈ ਤੇ ਫਿਰ ਅਗਰ ਉਸਨੇ ਰਹਿਣਾ ਹੈ, ਅਗਰ ਉਹ ਰਹਿਣਾ ਚਾਹੁੰਦਾ ਹੈ ਕਿ ਮੈਂ ਜ਼ਿਆਦਾ ਦੇਰ 10 ਦਿਨ, ਮਹੀਨਾ, 2 ਮਹੀਨੇ, ਸਾਲ ਰਹਿਣਾ ਹੈ, ਉਹਦਾ ਫਿਰ ਰਹਿਣ ਦਾ ਮਕਸਦ ਹੈ ਕਿ ਉਹ ਇੱਥੇ ਬਨ ਸਵਰ ਕੇ ਨਹੀਂ ਰਹਿ ਸਕਦਾ। ਫਿਰ ਉਹ ਮਖਲੂਕ ਦੀ ਫਿਰ ਖਲਕੇ ਖੁਦਾ ਦੀ ਖਿਦਮਤ ਕਰੇ। ਫਿਰ ਉਹ ਜਿਵੇਂ ਆਪ ਫਰਮਾਉਂਦੇ ਕਿ ਇਸੇ ਦੇ ਵਿੱਚ ਇਹ ਫਰਮਾਉਂਦਾ ਕਿ ਦਸਤ ਬੀਤ ਕਰਦਾ ਮਾਰਾ ਮੁਸਤਫਾ ਫਰਜ਼ੰਦੇ ਖੁਦ ਖਾਂਦਾ ਸਮਾਰਾ ਮੁਸ਼ਤਬਾ ਸ਼ੁੱਧ ਇਜਾਜ਼ਤ ਬਾਹੂ ਰਾਜ਼ ਮੁਸਤਫਾ। ਜੀ ਬੇਸ਼ੱਕ ਬੇਸ਼ੱਕ। ਖਲਕ ਰਾ ਤਲਕੀਨ ਬਕੁਨ ਬਹਿਰ ਖੁਦਾ। ਬੇਸ਼ੱਕ ਕਿ ਅਗਰ ਤੁਸੀਂ ਰੱਬ ਨੂੰ ਰਾਜ਼ੀ ਕਰਨਾ ਤਾਂ ਫਿਰ ਉਹਦੀ ਖਲਕ ਦੀ ਖਿਦਮਤ ਕਰੋ। ਜੀ ਜੀ ਬਿਲਕੁਲ ਬਿਲਕੁਲ ਇਹੀ ਗੱਲ ਹੈ। ਤੁਸੀਂ ਜਿੰਨੀ ਵੀ ਗੱਲ ਦੱਸੀ ਹੈ ਇਹਦਾ ਲੁੱਬੇ ਲਬਾਬ ਵੀ ਤੁਸੀਂ ਦੱਸਿਆ ਜਨਾਬ। ਜੀ ਸੁਲਤਾਨ ਸਾਹਿਬ ਦੀ ਇਹੀ ਗੱਲ ਹੈ, ਬਿਲਕੁਲ ਠੀਕ ਹੈ। ਤੇ ਤੁਸੀਂ ਬੜਾ ਆਸਾਨ ਕੀਤਾ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਜੀ ਜਨਾਬ ਬੜੀ ਮਿਹਰਬਾਨੀ ਜੀ। ਇਹ ਸਭ ਉਹਨਾਂ ਦੀ ਕਰਮ ਨਵਾਜ਼ੀ ਹੈ ਜੀ। ਅਸੀਂ ਬਿਲਕੁਲ ਅਨਪੜ੍ਹ ਜਾਹਲ ਜਿਹੇ ਹਾਂ, ਇਹ ਸਭ ਉਹਨਾਂ ਦੀ ਨਿਗਾਹੇ ਕਰਮ ਹੈ। ਤੁਸੀਂ ਜਿਤਨੇ ਵੀ ਸਾਡੇ ਕੋਲ ਸਵਾਲ ਕੀਤੇ ਜਾਂ ਕੋਈ ਕੁਝ ਪੁੱਛਿਆ,
ਇਹ ਉਹਨਾਂ ਦਾ ਫਜ਼ਲ ਇਲਾਹੀ ਹੈ ਕਿ ਸਾਨੂੰ ਇਤਨਾ ਉਹਨਾਂ ਨੇ ਸ਼ਊਰ ਅਤਾ ਕੀਤਾ ਹੈ, ਮਾਸ਼ਾ ਇਤਨੀ ਸਮਝ ਅਤਾ ਕੀਤੀ ਹੈ ਕਿ ਇੱਥੇ ਆਉਣ ਦਾ ਮਕਸਦ ਕੀ ਹੈ, ਇੱਥੇ ਰਹਿਣ ਦਾ ਮਕਸਦ ਕੀ ਹੈ। ਅਗਰ ਬਾਦਸ਼ਾਹ ਸਾਰੇ ਦਰ ਦੌਲਤ 'ਤੇ ਰਹਿਣਾ ਹੈ ਤੇ ਫਿਰ ਸ਼ਹਿਨशाह ਦੀ ਨੌਕਰੀ, ਵਾਹ। ਖਲਕੇ ਖੁਦਾ ਦੀ ਖਿਦਮਤ। ਅਗਰ ਨਹੀਂ ਤੇ ਫਿਰ ਸਲਾਮ ਕਰੋ ਤੇ ਆਪਣੇ ਘਰ ਹੋ, ਆਪਣਾ ਫਿਰ ਇੱਥੇ ਰਹਿਣ ਦਾ ਤੁਹਾਡਾ ਮਕਸਦ ਨਹੀਂ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਬੜਾ ਮਜ਼ਾ ਆਇਆ ਤੁਹਾਡੇ ਨਾਲ ਗੁਫ਼ਤਗੂ ਕਰਕੇ। ਤੁਸੀਂ ਬੜੇ ਨੁਕਤੇ ਦੀਆਂ ਗੱਲਾਂ ਦੱਸੀਆਂ ਨੇ, ਬੜੀਆਂ ਬਰੀਕ ਗੱਲਾਂ ਦੱਸੀਆਂ ਨੇ। ਔਰ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਫੈਜ਼ੇ ਬਾਹੂ ਦੇ ਵੀਵਰਸ ਨੇ, ਜਿਹੜੇ ਇਹਨੂੰ ਵੇਖਦੇ ਨੇ, ਉਹ ਜ਼ਰੂਰ ਇਹਦੇ ਤੋਂ ਫਾਇਦਾ ਉਠਾਉਣ। ਜੀ ਮੇਰਾ ਸਾਰੇ ਪੀਰ ਭਾਈਆਂ ਲਈ ਇਹ ਪੈਗਾਮ ਵੀ ਹੈ, ਜਿਹੜੇ ਲੋਕ ਸੁਣਦੇ ਨੇ, ਇਹਨੂੰ ਦੇਖਦੇ ਨੇ, ਜਿਤਨੇ ਵੀ ਮਖਲੂਕਾਤ ਹੈ, ਪਹਿਲੀ ਗੱਲ ਤੇ ਪਾਕਿਸਤਾਨ ਚ ਨੇ, ਪਾਕਿਸਤਾਨ ਤੋਂ ਜੀ ਬਾਹਰ ਨੇ, ਕਿਤੇ ਵੀ ਨੇ, ਜੋ ਬੇਰਨੂ ਮੁਲਕ ਨੇ, ਕਿਹੜੀ ਜਾਈ ਤੇ ਵੀ ਨੇ, ਪਾਕਿਸਤਾਨ ਤੋਂ ਬਾਹਰ ਨੇ, ਜਿਹੜਾ ਵੀ ਪੀਰ ਭਾਈ, ਜਿਹੜਾ ਵੀ ਭਾਈ ਮੇਰੀ ਇਹ ਗੱਲ ਭੈਣ ਮਾਂ ਦੀ ਜਿਹੜੀ ਵੀ ਸੁਣਦੀ ਵਧੀ ਹੈ, ਮੈਂ ਕੋਈ ਪੈਗਾਮ ਦੇ ਸਾਂ ਕਿ ਬਾਦਸ਼ਾਹ ਸੁਲਤਾਨੁਲ ਆਰਫੀਨ ਦੀ ਜ਼ਾਤ ਪਾਕ ਇੱਕ ਐਸੀ ਜ਼ਾਤ ਹੈ ਕਿ ਇਹਨੂੰ ਤੁਸੀਂ ਕਿਤੇ ਵੀ ਬਹਿ ਕੇ ਯਾਦ ਕਰਸੋ ਨਾ ਜੀ, ਉਹ ਤੁਹਾਡੇ ਕੋਲ ਪਹੁੰਚ ਵੈਸੇ। ਵਾਹ ਜੀ ਹਾਂ, ਅਗਰ ਤੁਹਾਨੂੰ ਸੁਲਤਾਨ ਸਾਹਿਬ ਤੌਫੀਕ ਬਖਸ਼ਦੇ ਨੇ ਇੱਥੇ ਆਉਣ ਦੀ, ਤੇ ਫਿਰ ਤੁਸੀਂ ਇੱਥੇ ਆਓ, ਬਾਦਸ਼ਾਹ ਸਾਹਿਬ ਦੇ ਸਲਾਮ ਕਰੋ, ਸਲਾਮ ਕਰਨ। ਆ ਕੇ ਸਵਾਬ ਲਓ ਜੀ ਬਾਦਸ਼ਾਹ ਸਾਹਿਬ ਦੇ ਦਰ ਦੌਲਤ ਤੇ। ਤੁਸੀਂ 3 ਦਿਨ ਵੀ ਅਗਰ ਰਹਿੰਦੇ ਨਾ, ਤੁਸੀਂ ਕੋਈ ਵੀ ਕੱਖ ਚੁੱਕਦੇ ਤਾਂ ਉਧਰ ਕਦੇ ਨਾ ਸੁਲਤਾਨ ਸਾਹਿਬ ਤੁਹਾਨੂੰ ਉਸ ਦਾ ਵੀ ਅਜਲ ਦੇ ਸਨ। ਵਾਹ। ਇਹ ਜ਼ਰੂਰੀ ਨਹੀਂ ਕਿ ਤੁਸੀਂ 3 ਦਿਨ ਕੁਝ ਵੀ ਨਾ ਕਰੋ, ਲੇਕਿਨ ਇੱਕ ਤਰੀਕਤ ਇਸ ਗੱਲ ਦੀ, ਤਰੀਕਤ ਇੱਕ ਸ਼ਰੀਅਤ ਦੀ ਜੀ ਗੱਲ ਹੈ, ਇੱਕ ਤਰੀਕਤ ਦੀ ਇੱਕ ਗੱਲ ਹੈ। ਤਰੀਕਤ ਦੀ ਗੱਲ ਤੁਸੀਂ ਮੇਰੇ ਕੋਲ ਪੁੱਛੀ ਹੈ ਜੀ, ਉਹ ਤੁਹਾਨੂੰ ਮੈਂ ਜਨਾਬ ਨੂੰ ਦੱਸੀ ਜਿੰਨਾ ਕਿ ਮੈਨੂੰ ਨੌਲੇਜ ਹੈ ਕਿ 3 ਦਿਨ ਦੀ ਇੱਥੇ ਇਜਾਜ਼ਤ ਹੈ ਰਹਿਣ ਦੀ। ਤੁਹਾਡੀ ਗੱਲ ਸੁਣ ਕੇ ਮੈਨੂੰ ਬੜਾ ਮਜ਼ਾ ਆਇਆ ਔਰ ਮੈਨੂੰ ਸਮਝ ਵੀ ਆਈ ਇਸ ਗੱਲ ਦੀ। ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਜਨਾਬ, ਬਹੁਤ ਸ਼ੁਕਰੀਆ। ਥੈਂਕ ਯੂ ਭਾਈ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼। ਜੀ ਇਹ ਸ਼ਹਬਾਜ਼ ਸਾਹਿਬ ਸਨ ਔਰ ਇਹ ਦਰਬਾਰ ਹਜ਼ੂਰ ਇੱਥੇ ਬੈਠੇ ਸੀ ਚਾਹ ਪੀ ਰਹੇ ਸੀ ਇੱਕ ਹੋਟਲ ਦੇ ਉੱਤੇ, ਤੇ ਸਾਡੀ ਇਹਨਾਂ ਨਾਲ ਮੁਲਾਕਾਤ ਹੋਈ ਔਰ ਇਹਨਾਂ ਨੇ ਬਹੁਤ ਬਾਦਸ਼ਾਹ ਸਾਹਿਬ ਦੀ ਜਿਹੜੀ ਤਾਲੀਮਾਤ ਹੈ ਉਹਦੇ ਐਨ ਮੁਤਾਬਕ ਸਾਨੂੰ ਇਹ ਗੱਲ ਦੱਸੀ ਹੈ, ਤੇ ਸਾਨੂੰ ਉਮੀਦ ਹੈ ਕਿ ਇਹ ਲੋਕ ਇਸ ਗੱਲ ਤੋਂ ਫਾਇਦਾ ਉਠਾਉਣਗੇ, ਕਿਉਂਕਿ ਇਹ ਤਰੀਕਤ ਵਾਲੇ ਲੋਕ ਨੇ, ਇਹ ਚੱਲਣ ਵਾਲੇ ਲੋਕ ਨੇ, ਇਹ ਅਮਲ ਵਾਲੇ ਲੋਕ ਨੇ। ਮੈਂ ਬਾਦਸ਼ਾਹ ਸਾਹਿਬ ਫਰਮਾਉਂਦੇ ਨੇ ਕਿ ਇਲਮ ਉਹ ਹੋਵੇ ਜਿਹਦੇ 'ਤੇ ਅਮਲ ਕੀਤਾ ਜਾਵੇ, ਜਿਹਦੇ 'ਤੇ ਅਮਲ ਕੀਤਾ ਜਾਵੇ। ਅਸੀਂ ਗੱਲ ਤੇ ਲੈ ਲੈਂਦੇ ਹਾਂ ਲੇਕਿਨ ਉਹ ਗੱਲ ਦਾ ਪਹਿਰਾ ਨਹੀਂ ਦਿੰਦੇ, ਤੇ ਇਹ ਬਹੁਤ ਘੱਟ ਲੋਕ ਮਿਲਦੇ ਨੇ ਐਸੇ ਕਿ ਜਿਹੜੇ ਨੁਕਤੇ ਦੀ ਗੱਲ ਦੱਸਦੇ ਨੇ, ਜਿਹੜੀ ਅਸਲ ਹਕੀਕਤ ਦੱਸਦੇ ਨੇ, ਉਹ ਬਹੁਤ ਕਮ ਲੋਕ ਨੇ। ਤੇ ਇਹਨਾਂ 'ਤੇ ਬਾਦਸ਼ਾਹ ਸਾਹਿਬ ਦਾ ਕਰਮ ਹੈ, ਉਹਨਾਂ ਦੀ ਮਿਹਰਬਾਨੀ ਹੈ। ਉਸ ਮਿਹਰਬਾਨੀ ਦੇ ਨਾਲ ਇਹਨਾਂ ਨੇ ਸਾਨੂੰ ਬੜੀ ਅੱਛੀ ਗੱਲ ਦੱਸੀ ਹੈ, ਤੇ ਯਕੀਨਨ ਸਾਨੂੰ ਇਹਦੇ 'ਤੇ ਅਮਲ ਕਰਨਾ ਚਾਹੀਦਾ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।